पढ़ो, सुनो, देखो ਸਾਹਿਤ ਪਾਠ। ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ ਚੌਥੇ ਕਾਂਡ ਦਾ ਇਹ ਪਹਿਲਾ ਭਾਗ। ਰੂਪ ਨੂੰ 6 ਮਹੀਨੇ ਨਵੇਂ ਮਾਹੌਲ ਵਿੱਚ ਚਾਵਾਂ ਮਲਾਰਾਂ ਨਾਲ ਲੰਘ ਗਏ। ਘਰ ਦੇ ਜੀਆਂ ਉਸ ਨੂੰ ਹੱਥਾਂ ਤੇ ਚੁੱਕ ਲਿਆ। ਉਸ ਦਾ ਮਸ਼ੀਨ ਤੇ ਕੱਪੜੇ ਸਿਉਣਾ, ਉਣ ਕੇ ਸਵੈਟਰਾਂ ਗਲ ਪਾਉਣਾ, ਘਰ ਨੂੰ ਝਾੜਨਾ ਸਵਾਰਨਾ, ਰਸੋਈ ਕਰਨਾ ਤੇ ਹਰ ਕਿਸੇ ਦੇ ਕੰਮ ਆਉਣਾ ਜੀ ਨੂੰ ਮੋਹ ਗਿਆ। ਸੱਸ ਸਹੁਰੇ ਦੀ ਵੱਡੇ ਜਾਣ ਕੇ ਉਸਨੇ ਖਾਸ ਤੌਰ ਤੇ ਤਨ ਮਨ ਨਾਲ ਸੇਵਾ ਕੀਤੀ। ਦੁੱਲਾ ਸਿੰਘ ਬਹੂ ਦੀਆਂ ਸਿਫਤਾਂ ਕਰਦਾ ਨਹੀਂ ਸੀ ਥੱਕਦਾ। ਸਹੁਰੇ ਨੂੰ ਰੂਪ ਦੀਆਂ ਸਿਫਤਾਂ ਕਰਦਿਆਂ ਸੁਣ ਕੇ ਤੇਜੋ ਬੁੱਲ ਟੁੱਕ ਕੇ ਹੱਸ ਪੈਂਦੀ। ਰੂਪ ਦਾ ਨਵੇਂ ਘਰ ਆ ਕੇ ਨਵੇਂ ਜੀਆਂ ਨਾਲ ਮਿਲਵਰਤਨ ਪਾ ਕੇ ਨਵਾਂ ਤਜਰਬਾ ਲੈਣਾ ਕੁਦਰਤੀ ਸੀ। ਸਹੁਰਿਆਂ ਬਾਰੇ ਉਸ ਦਾ ਸਾਰਾ ਡਰ ਲੈ ਚੁੱਕਾ ਸੀ। ਉਸ ਇੱਕ ਜੀ ਨੂੰ ਜਾਣਨ ਤੇ ਸਮਝਣ ਦਾ ਯਤਨ ਕੀਤਾ। ਉਹ ਹਰ ਤਰ੍ਹਾਂ ਦੀ ਅਵੱਗਿਆ ਤੋਂ ਡਰਦੀ ਸੀ। ਉਹ ਇਸ ਪ੍ਰਸ਼ੰਸਾ ਦੇ ਸਵਰਗ ਨੂੰ ਹਮੇਸ਼ਾ ਲਈ ਜ਼ੰਜੀਰ ਪਾ ਲੈਣਾ ਚਾਹੁੰਦੀ ਸੀ ਜਿਹੜਾ ਉਸ ਨੂੰ ਮਸੀਂ ਮਿਲਿਆ ਸੀ। ਮਿਹਨਤ ਸਵਰਗ ਪੈਦਾ ਕਰਦੀ ਹੈ ਅਤੇ ਮਿਹਨਤ ਦੀ ਪ੍ਰਸ਼ੰਸਾ ਉਸ ਵਿੱਚ ਕਲਾ ਨਕਸ਼ਾਂ ਨੂੰ ਉਘਾੜਦੀ ਹੈ। ਤੇਜੋ ਆਪਣੇ ਨਾਮ ਮੁਤਾਬਕ ਲੋੜ ਤੋਂ ਵੱਧ ਹੀ ਚਲਾਕ ਸੀ। ਉਹ ਉਸਦੇ ਕੰਮਾਂ 'ਚ ਨੁਕਸ ਤਾਂ ਕੱਢਦੀ, ਪਰ ਪ੍ਰਸ਼ੰਸਾ ਕਰਕੇ ਸਾਹਮਣੇ ਦੀ ਥਾਂ ਵੱਖੀ ਪਰਨਿਓ ਪੈਣਾ ਉਸਦਾ ਆਪਣੀ ਤਰ੍ਹਾਂ ਦਾ ਹੀ ਕਰਤੱਵ ਸੀ। ਪਹਿਲੇ 3-4 ਮਹੀਨਿਆਂ ਵਿੱਚ ਹੀ ਰੂਪ ਨੇ ਜਾਣ ਲਿਆ ਕਿ ਤੇਜੋ ਦੇ ਵਾਢਵੀਆਂ ਕਰਨ ਦਾ ਕਾਰਨ ਸਾੜੇ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਉਹ ਰੂਪ ਦਾ ਉੱਕਰ ਮਾਣ ਸਹਾਰ ਨਹੀਂ ਸੀ ਸਕੀ। ਰੂਪ ਨੇ ਨਫ਼ਰਤ ਕਰਨ ਦੀ ਥਾਂ ਸੁੱਘੜਪਣ ਨਾਲ ਪਛਾੜਨਾ ਚੰਗਾ ਸਮਝਿਆ। ਅੱਗੇ ਘਰ ਵਿੱਚ ਤੇਜੋ ਦੀ ਮੰਨੀ ਦੀ ਸੀ, ਹੁਣ ਉਸ ਨੂੰ ਪਾਸਾ ਪਰਤਦਾ ਪ੍ਰਤੀਤ ਹੋ ਰਿਹਾ ਸੀ। ਭਾਵੇਂ ਸਾੜਾ ਸੂਖਮ ਤੌਰ ਤੇ ਰੂਪ ਵਿੱਚ ਵੀ ਜਾਗ ਪਿਆ, ਪਰ ਮੁੱਢਲੀ ਸੰਜੀਦਗੀ ਨੇ ਉਸ ਨੂੰ ਹੋਛੀ ਪੈਣੋਂ ਬਚਾਈ ਰੱਖਿਆ। ਤੇਜੋ ਦੇ ਘਰ ਵਾਲਾ ਰਤਨ ਸਿੰਘ ਬਹੁਤਾ ਚਤਰ ਆਦਮੀ ਨਹੀਂ ਸੀ। ਉਹ ਆਪਣੀ ਮਾਂ ਵਾਂਗ ਸਿੱਧੇ ਸਾਦੇ ਸੁਭਾਅ ਵਾਲਾ ਕਮਾਊ ਗੱਭਰੂ ਸੀ, ਜਿਸ ਦੇ ਮੋਢਿਆਂ ਉੱਤੇ 2 ਹਲਾਂ ਦੀ ਵਾਹੀ ਦਾ ਭਾਰ ਸੀ। ਖੇਤੋਂ ਆ ਕੇ ਬਹੁਤਾ ਸਮਾਂ ਉਹ ਹਵੇਲੀ 'ਚ ਗੁਜ਼ਾਰਦਾ। ਜਿਨ੍ਹਾਂ ਢੱਗਿਆਂ ਨੂੰ ਸਾਰੀ ਦਿਹਾੜੀ ਪ੍ਰਾਣੀ ਦੇ ਜ਼ੋਰ ਤੇ ਵਾਹੁੰਦਾ, ਉਹਨਾਂ ਨੂੰ ਦਾਣੇ ਚਾਰੇ ਨਾਲ ਰਜਾਉਣਾ ਵੀ ਆਪਣਾ ਫਰਜ਼ ਸਮਝਦਾ। ਉਸ ਵਾਹ ਕੇ ਪਸ਼ੂਆਂ ਨੂੰ ਕਦੇ ਸੀਰੀ ਗੋਚਰਾ ਨਹੀਂ ਸੀ ਛੱਡਿਆ। ਸੁਹਾਗੇ ਤੇ ਚੜ੍ਹ ਕੇ ਲੰਮੀ ਹੇਕ ਦਾ ਗੀਤ ਉਸਦਾ ਮਨਪਸੰਦ ਸਵਰਗ ਸੀ। ਸੀਰੀ ਦੀ ਵਹੁਟੀ ਭਾਗੋ ਨਾਲ ਕੀਤੇ ਮਖੌਲ ਉਸਦਾ ਸਾਰਾ ਥਕੇਵਾਂ ਲਾ ਦਿੰਦੇ ਸਨ। ਰੂਪ ਨੂੰ ਉਸ ਘਰ ਵਿੱਚ ਆਪਣੀ ਸੱਸ ਇੱਕ ਦਰਵੇਸ਼ ਜੀ ਜਾਪਿਆ ਸੀ। ਉਸਦੀ ਸਾਰੇ ਜੀ ਘੱਟ ਪ੍ਰਵਾਹ ਕਰਦੇ ਸਨ। ਲੰਮੀ ਬਿਮਾਰੀ ਨਾਲ ਉਸਦੇ ਜੋੜ 'ਚੋਂ ਪੀੜਾਂ ਉੱਠ ਖਲੋਤੀਆਂ ਸਨ। ਹੰਬੀ ਹਾਰੀ ਹੋਣ ਕਾਰਨ ਉਸਦੀ ਘਰ ਵਿੱਚ ਖਾਸ ਲੋੜ ਨਹੀਂ ਸੀ। ਜ਼ਾਰਾ ਭਾਵੇਂ ਕੋਈ ਨਹੀਂ ਸੀ ਕਹਿੰਦਾ, ਪਰ ਦਿਲੋਂ ਉਸਦੇ ਭੋਗ ਪਾ ਜਾਣ ਤੇ ਸਭ ਪ੍ਰਸੰਨ ਸਨ। ਪਰ ਰੂਪ ਉਸਦੀਆਂ ਚੀਕਾਂ ਨਾ ਸੁਣ ਸਕਦੀ। ਉਸ ਨੂੰ ਹਰ ਵੇਲੇ ਹਰ ਚੀਜ਼ ਤਿਆਰ ਕਰਕੇ ਦਿੰਦੀ। ਉਸ ਨੂੰ ਆਪਣੇ ਬੇਜੀ ਦੀ ਆਤਮਾ ਉਸ ਵਿੱਚ ਪ੍ਰਵੇਸ਼ ਕਰ ਗਈ ਦਿਸਦੀ ਸੀ। ਰੂਪ ਦਾ ਸੱਸ ਦੀ ਸੇਵਾ ਕਰਨਾ ਤੇਜੋ ਤੇ ਦੁੱਲਾ ਸਿੰਘ ਨੂੰ ਇੱਕ ਅੱਖ ਨਹੀਂ ਸੀ ਪਾਉਂਦਾ। ਇਹਨਾਂ ਦੋਹਾਂ ਦੇ ਮੱਥੇ ਸਕੋੜਨ ਤੇ ਵੀ ਉਸ ਆਪਣਾ ਧਰਮ ਨਹੀਂ ਸੀ ਛੱਡਿਆ। ਇਸ ਟੱਬਰ ਦੇ ਜੀਆਂ ਵਿੱਚ ਇੱਕ ਰੂਹ ਹੋਰ ਵੀ ਸੀ ਜਿਸ ਨੂੰ ਰੂਪ ਨੇ ਆਪਣੇ ਦਿਲ ਦਾ ਪਿਆਰ ਦਿੱਤਾ। ਉਹ ਸੀ ਕੇਸਰ ਦਾ ਛੋਟਾ ਭਰਾ ਤਾਰਾ। ਜਦ ਤਾਰਾ ਉਸਦੇ ਧੋਤੇ ਕੱਪੜੇ ਪਾ ਕੇ ਸਕੂਲ ਜਾਂਦਾ, ਰੂਪ ਦੀਆਂ ਅੱਖਾਂ 'ਚ ਵੀਰ ਪਿਆਰ ਭਰ ਆਉਂਦਾ, ਜਿਸ ਵੱਲੋਂ ਉਹ ਸਦਾ ਸੱਖਣੀ ਤੇ ਖਾਲੀ ਰਹੀ ਸੀ। ਤਾਰੇ ਨੂੰ ਭਾਬੀ ਆਪਣੀਆਂ ਭੈਣਾਂ ਨਾਲੋਂ ਵੀ ਪਿਆਰੀ ਲੱਗਦੀ ਸੀ। ਉਹ ਉਸਦੇ ਗਲ ਨਾਲ ਲਮਕ ਜਾਂਦਾ ਤੇ ਰੂਪ ਹੱਸਦੀ ਉਸਦੀਆਂ ਭਰੀਆਂ ਗੱਲਾਂ ਨੂੰ ਪੋਲੀਆਂ ਥਪਕੀਆਂ ਨਾਲ ਸੂਈਆਂ ਕਰ ਦਿੰਦੀ। ਰੂਪ ਆਪਣੀ ਮਿਹਨਤ ਅਤੇ ਸੁਘੜਤਾ ਨਾਲ ਘਰ ਵਿੱਚ ਡੂੰਘੀਆਂ ਜੜ੍ਹਾਂ ਫੜ ਰਹੀ ਸੀ। ਘਰ ਵਿੱਚ ਰੂਪ ਨੂੰ ਮਾਣ ਮਰਾਤਵੇ ਵਾਲੀ ਵੇਖ ਕੇ ਕੇਸਰ ਖਿੜਿਆ ਨਹੀਂ ਸੀ ਸਮਾਉਂਦਾ। ਉਹ ਖੁਸ਼ ਸੀ, ਘਰ ਵਾਲੇ ਖੁਸ਼ ਸਨ, ਹੋਰ ਚਾਹੀਦਾ ਵੀ ਕੀ ਸੀ। ਉਹ ਸਮਝਦਾ ਸੀ ਬਸ BA ਕਰਨ ਦੀ ਕਸਰ ਬਾਕੀ ਏ, ਫੇਰ ਚੱਜ ਦੀ ਨੌਕਰੀ ਲੱਭ ਕੇ ਆਪਣੀ ਚੰਨੀ ਨੂੰ ਐਸ਼ ਕਰਾਉਣੀ ਏ। ਸ਼ਹਿਰ ਕਿਸੇ ਕੋਠੀ 'ਚ ਰਹਾਂਗੇ। ਇਹ ਜਟਕਾ ਘਰ ਜਿੱਥੇ ਇਸ ਨੂੰ ਲੋੜੇ ਦਾ ਕੰਮ ਕਰਨਾ ਪੈਂਦਾ ਏ, ਮੇਰੀ ਚੰਨੀ ਦੇ ਲਾਇਕ ਨਹੀਂ। ਘਰ ਤਾਂ ਭਾਵੇਂ ਮਾੜਾ ਨਹੀਂ, ਪਰ ਮੈਂ ਚੰਨੀ ਨੂੰ ਖੁੱਲ੍ਹ ਕੇ ਪਿਆਰ ਨਹੀਂ ਕਰ ਸਕਦਾ। ਇਸ ਨੂੰ ਬਾਹਰ ਸੈਰ ਕਰਨ ਲਈ ਨਹੀਂ ਲਿਜਾ ਸਕਦਾ। ਪਿੰਡ ਦੀ ਸਾੜੂ ਸੱਭਿਅਤਾ ਸਾਡੇ ਪਿਆਰ ਨੂੰ ਪੁੰਗਰਨ ਨਹੀਂ ਦਿੰਦੀ। ਰੂਪ ਦੇ ਪਿਆਰ ਨੇ ਕੇਸਰ ਦੇ ਦਿਲ, ਜ਼ਿੰਦਗੀ ਦੀ ਆਵਸ਼ਕਤਾ ਤੇ ਉਸਦੇ ਮਾਦੀ ਹੁਸਨ ਨੂੰ ਉਬਾਲਾ ਦੇ ਦਿੱਤਾ ਸੀ। ਸਵੇਰ ਉਹ ਸਾਈਕਲ ਤੇ ਕਾਲਜ ਜਾਂਦਾ ਤੇ ਰਾਹ 'ਚ 1 ਮਿੰਟ ਰੁਕੇ ਬਿਨਾਂ ਸਿੱਧਾ ਘਰ ਪਹੁੰਚ ਕੇ ਰੂਹ ਰਾਣੀ ਦੇ ਦਰਸ਼ਨ ਆ ਕਰਦਾ। ਸਾਥੀ ਹਾਕੀ ਖੇਡਣ ਲਈ ਅਟਕਾਉਣਾ ਲੋੜਦੇ, ਪਰ ਉਹ ਜਵਾਬ ਦਿੱਤੇ ਬਿਨਾਂ ਪੈਡਲਾਂ ਤੇ ਭਾਰ ਪਾ ਦਿੰਦਾ। ਕਾਲਜ ਦੇ ਸਾਥੀ ਟਕੋਰਾ ਮਾਰਦੇ, ਉਹ ਮੁਸਕਾ ਕੇ ਮਸੈਲਾ ਹੋ ਰਹਿੰਦਾ। ਇੱਕ ਦਿਨ ਦੋਸਤਾਂ ਤੋਂ ਖਹਿੜਾ ਛੁਡਾ ਕੇ ਉਹ ਸਾਈਕਲ ਤੇ ਚੜਿਆ ਹੀ ਸੀ ਕਿ ਉਸਦੇ ਯਾਰ ਇੰਦਰਜੀਤ ਨੇ ਹੌਕਾ ਲੈ ਕੇ ਉਸ ਨੂੰ ਸੁਣਾਇਆ, ਹੋ ਯਾਰ
ਭਾਬੀ ਕਾਹਦੀ ਹੈ, ਪੱਟ ਦਾ ਲੱਛਾ ਹੀ ਹੈ, ਮੁੰਡਾ ਕਿਵੇਂ ਨਾ ਮਰੇ। ਕੇਸਰ ਇਹ ਗੱਲ ਸਾਰੇ ਰਾਹ ਯਾਦ ਕਰਕੇ ਹਾਸਾ ਆਇਆ ਸੀ। ਘਰ ਆ ਕੇ ਸਾਈਕਲ ਤੋਂ ਉਤਰਦਿਆਂ ਰੂਪ ਨੂੰ ਦੇਖ ਕੇ ਉਸਦਾ ਫਿਰ ਹਾਸਾ ਨਿਕਲ ਗਿਆ। ਤੇਜੋ ਵਿੱਚੇ ਵਿੱਚ ਕੁੜ ਗਈ। ਰੂਪ ਨੇ ਸਾਈਕਲ ਫੜਦਿਆਂ ਪੁੱਛਿਆ, ਕੀ ਗੱਲ ਹੈ, ਹੱਸਦੇ ਹੋ? ਸਤਿ ਸ਼੍ਰੀ ਅਕਾਲ। ਆਹੋ, ਫਿਰ ਦੱਸਾਂਗਾ। ਉਹ ਕਿਤਾਬਾਂ ਫੜੀ ਚੁਬਾਰੇ ਚੜ ਗਿਆ। ਰੂਪ ਨੇ ਸਾਈਕਲ ਸਵਾਦ ਦੀ ਕੰਧ ਨਾਲ ਲਾ ਦਿੱਤਾ ਤੇ ਫਿਰ ਕੇਸਰ ਲਈ ਦੁੱਧ ਕੱਢਣ ਲੱਗ ਪਈ। ਤੇਜੋ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਚੌਂਦੀ ਤੇ ਵਧਾਉਂਦੀ ਮੈਂ ਰਹਿ ਜਾਂਦੀ ਆ ਤੇ ਪੀਣ ਵਾਰੀ ਰੰਨ ਖਸਮ ਇਹ ਅੱਗੇ ਆ ਜਾਂਦੇ ਆ, ਪਰ ਉਹ ਮੂੰਹੋਂ ਕਦੇ ਕੁਝ ਨਾ ਆਖ ਸਕੀ। ਰੂਪ ਨੂੰ ਮੈਂ ਦੀ ਧਾਰ ਕੱਢਣੀ ਨਹੀਂ ਸੀ ਆਉਂਦੀ। ਪੇਕੀ ਲਵੇਰਾ ਨਾ ਰੱਖਣ ਕਰਕੇ ਉਹ ਨਹੀਂ ਸਿੱਖ ਸਕੀ ਸੀ। ਹੁਣ ਉਹ ਧਾਰ ਸਿੱਖਣ ਲਈ ਔਲਦੀ, ਪਰ ਤੇਜੋ ਉਸ ਨੂੰ ਟਰਕਾ ਛੱਡਦੀ ਸੀ। ਜਦ ਰੂਪ ਦੁੱਧ ਵਾਲੀ ਗੜਵੀ ਲੈ ਕੇ ਚੁਬਾਰੇ ਚੜੀ, ਕੇਸਰ ਫੇਰ ਉਸ ਨੂੰ ਦੇਖ ਕੇ ਹੱਸੇ ਬਿਨਾ ਨਾ ਰਹਿ ਸਕਿਆ। ਰੂਪ ਨੂੰ ਵੀ ਹਾਸਾ ਆ ਗਿਆ। ਕੀ ਗੱਲ ਏ, ਅੱਜ ਹਾਸਾ ਨਹੀਂ ਵੀ ਆਉਂਦਾ? ਓਏ ਅੱਗੇ ਤਾਂ ਗਲੀ ਮਹੱਲੇ 'ਚ ਬਦਨਾਮ ਸੀ, ਹੁਣ ਤਾਂ ਕਾਲਜ ਦੇ ਯਾਰਾਂ ਵੀ ਬੂ ਪਾਰਿਆਂ ਮਚਾ ਰੱਖੀ ਏ। ਕੇਸਰ ਨੇ ਮੋਢਿਆਂ ਨੂੰ ਸਕੋੜ ਕੇ ਢਿੱਲਿਆਂ ਛੱਡ ਦਿੱਤਾ। ਕੀ ਆਂਦੇ ਆ ਤੇਰੇ ਯਾਰ? ਰੂਪ ਨੇ ਗੜਵੀ ਗਲਾਸ ਮੇਜ਼ ਤੇ ਰੱਖ ਦਿੱਤੇ। ਆਖਣਾ ਕੀ ਹੈ, ਬਸ ਖੋਣ ਨੂੰ ਤਿਆਰ ਨੇ। ਕੇਸਰ ਨੇ ਉਸ ਨੂੰ ਡੌਲਿਆਂ ਤੋਂ ਫੜ ਲਿਆ। ਸੱਚਮੁੱਚ ਉਹ ਯਾਰਾਂ ਮੂੰਹੋਂ ਰੂਪ ਦੀ ਸਿਫਤ ਸੁਣ ਕੇ ਪਾਗਲ ਤੋਂ ਜਨੂਨੀ ਹੁੰਦਾ ਜਾ ਰਿਹਾ ਸੀ। ਉਸ ਨੈਣਾ 'ਚ ਝਾਤੀ ਪਾਉਂਦਿਆਂ ਆਖਿਆ, ਚੰਨੀਏ ਤੈਨੂੰ ਕਿੱਥੇ ਲੈ ਚੱਲਾਂ? ਉਸ ਰੂਪ ਨੂੰ ਬਾਹਾਂ ਤੇ ਚਾ ਲਿਆ। ਇਸ ਤਰ੍ਹਾਂ ਅਸਮਾਨ ਚੜ ਜਾਵਾਂ ਕਿ ਧਰਤੀ 'ਚ ਧਸ ਜਾਵਾਂ। ਚੰਨਿਆ, ਹੋਰ ਕਿਤੇ ਨਹੀਂ ਜਾਣਾ। ਇਹੀ ਧਰਤੀ ਕਰਮਾਂ ਵਾਲੀ ਏ ਜਿਸ ਤੈਨੂੰ ਦਿੱਤਾ, ਤੇਰਾ ਇੰਨਾ ਮਿੱਠਾ ਪਿਆਰ ਦਿੱਤਾ। ਰੂਪ ਨੇ ਦੋਹਾਂ ਹੱਥਾਂ 'ਚ ਕੇਸਰ ਦਾ ਮੂੰਹ ਘੁੱਟ ਲਿਆ। ਕੇਸਰ ਨੇ ਆਪਣੇ ਰੂਪ ਨੂੰ ਘੁੱਟ ਕੇ ਸਿਥਲ ਕਰ ਦਿੱਤਾ ਤੇ ਬਾਹਾਂ ਢਿੱਲੀਆਂ ਕਰਦਿਆਂ ਬੋਲਿਆ, ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜ਼ਿੰਦਗੀ 'ਚ ਇੰਨਾ ਪਿਆਰ ਮਿਲੇਗਾ ਕਿ ਸਾਂਭਿਆ ਵੀ ਨਹੀਂ ਜਾਵੇਗਾ। ਅੱਛਾ ਸਰਦਾਰ ਜੀ, ਇਸ ਪਿਆਰ ਨੇ ਕਿਧਰੇ ਨਹੀਂ ਜਾਣਾ। ਰੂਪ ਨੇ ਸਜਿੰਦਾ ਬਣਨ ਦੇ ਯਤਨ ਨਾਲ ਆਖਿਆ, ਥੋੜਾ ਪੜ੍ਹਾਈ ਵੱਲ ਵੀ ਧਿਆਨ ਕਰੋ, ਹੋਰ ਨਾ ਚੌੜ ਚਾਨਣ ਹੋ ਜਾਵੇ, ਸਾਰਿਆਂ ਭਾਂਡਾ ਮੇਰੇ ਸਿਰ ਭੰਨ ਦੇਣਾ ਏ। ਇਹ ਤਾਂ ਇੱਕ ਦਿਨ ਭੱਜ ਕੇ ਰਹੇਗਾ। ਕੇਸਰ ਸਿਰ ਹਿਲਾ ਕੇ ਮਿੰਨਿਆ ਮੁਸਕਾ ਪਿਆ। ਬਾਬਾ ਮਿਹਰ ਕਰੋ, ਮੈਂ ਨਹੀਂ ਤੁਹਾਡੇ ਕੋਲ ਆਇਆ ਕਰਨਾ। ਚੰਗਾ ਯਾਰ, ਲੰਮੀਆਂ ਤਾਣ ਕੇ ਸਵਿਆਂ ਕਰਨਗੇ। ਅੱਗੇ ਤਾਂ ਲੈਂਪ ਬਾਲ ਕੇ ਬਹਾਈ ਦਿੰਦੀ ਸੀ। ਪੜ੍ਹਨਾ ਬੁਰਾ ਲੱਗਦਾ ਏ? ਰੂਪ ਦੀ ਜਿਲਦ ਵਿੱਚ ਮਿੱਠਾ ਜਿਹਾ ਗੁੱਸਾ ਸੀ। ਤੇਰੇ ਨਾਲ ਹੀ ਪੜ੍ਹਾਈ ਹੈ, ਤੇਰੇ ਨਾਲ ਹੀ ਦਿਮਾਗ। ਤੂੰ ਕਰਾਏਂਗੀ BA ਕਰ ਲਵਾਂਗਾ, ਨਹੀਂ ਤਾਂ ਵੰਜਲੀਆਂ ਠੱਪੀਆਂ ਹੀ ਪਈਆਂ ਨੇ। ਅੱਛਾ ਸਰਦਾਰ ਜੀ, ਮੈਂ ਆ ਜਾਵਾਂਗੀ, ਤੁਸੀਂ ਕਿਸੇ ਤਰ੍ਹਾਂ ਪੜ੍ਹੋ ਸਹੀ। ਰੂਪ ਨੇ ਆਪਣੀ ਅੰਤਰੀਵ ਖੁਸ਼ੀ ਨੂੰ ਹਾਰੂ ਸ਼ਬਦਾਂ 'ਚ ਲੁਕਾ ਲਿਆ। ਹੁਣ ਤੜਕਿਓਂ ਚਾਹ ਦਾ ਪਿਆਲਾ ਵੀ ਮਿਲ ਜਾਇਆ ਕਰੇ ਤਾਂ ਬੜੀ ਮਿਹਰਬਾਨੀ। ਕੇਸਰ ਸ਼ਰਾਰਤ ਨਾਲ ਮੁਸਕਾ ਪਿਆ। ਸਭ ਕੁਝ ਮਿਲੇਗਾ, ਜੇ ਨਹਾਣਾ ਚਾਹੋ ਪਾਣੀ ਵੀ ਗਰਮ ਮਿਲੇਗਾ, ਪਰ ਤੁਸੀਂ ਪੜ੍ਹੋ ਸਹੀ। ਰੂਪ, ਜੇ ਘਰ ਵਾਲੀ ਮਾਸਟਰ ਹੋਵੇ ਬੰਦਾ ਯੂਨੀਵਰਸਿਟੀ ਚੀਰ ਸਕਦਾ ਏ। ਉਸ ਦੁੱਧ ਦਾ ਗਲਾਸ ਮੂੰਹ ਲਾ ਕੇ ਖਤਮ ਕਰ ਦਿੱਤਾ। ਰੂਪ ਨੇ ਬਾਕੀ ਬਚਦਾ ਦੁੱਧ ਵੀ ਗਲਾਸ ਵਿੱਚ ਪਾ ਦਿੱਤਾ। ਕੇਸਰ ਨੇ ਸਿਰ ਫੇਰ ਕੇ ਉਸ ਨੂੰ ਪੀਣ ਲਈ ਇਸ਼ਾਰਾ ਦਿੱਤਾ। ਮੈਂ ਕਿਹੜਾ BA ਕਰਨੀ ਏ? ਰੂਪ ਨੇ ਚੋਟ ਮਾਰੀ। ਉਹ ਕਰਨੀ ਨਹੀਂ, ਕਰਵਾਣੀ ਤਾਂ ਹੈ। ਕੇਸਰ ਨੇ ਗਲਾਸ ਚੁੱਕ ਕੇ ਰੂਪ ਦੇ ਮੂੰਹ ਨੂੰ ਲਾ ਦਿੱਤਾ। ਰੂਪ ਇਹਨਾਂ ਸਵਰਗੀ ਦਿਨਾਂ 'ਚ ਜੇ ਪੇਕਿਆਂ ਨੂੰ ਭੁੱਲ ਨਹੀਂ ਸੀ ਗਈ ਤਾਂ ਯਾਦ ਜ਼ਰੂਰ ਘੱਟ ਕਰਦੀ ਸੀ। ਕੇਸਰ ਦੇ ਪਿਆਰ ਨੇ ਉਸ ਦੀਆਂ ਸਾਰੀਆਂ ਯਾਦ ਸ਼ਕਤੀਆਂ ਮੱਲ ਲਈਆਂ ਸਨ। ਦਿਨ ਕੰਮ ਧੰਦਾ ਕਰਦਿਆਂ ਲੰਘੀ ਜਾ ਰਹੇ ਸਨ। ਗਵਾਂਢਣਾ ਆਉਂਦੀਆਂ ਉਸ ਦੇ ਚੱਜ ਅਚਾਰ ਦੀਆਂ ਸਿਫਤਾਂ ਕਰਦੀਆਂ। ਉਸ ਦੇ ਕੰਨ ਪ੍ਰਸ਼ੰਸਾ ਸੁਣਨ ਲਈ ਭੁੱਖੇ ਭੁੱਖੇ ਰਹਿੰਦੇ। ਸੱਸ ਉਸ ਦੀ ਮਾਮੂਲੀ ਸੇਵਾ ਤੇ ਵੀ ਸਦਾ ਸੁਹਾਗਣ ਤੇ ਬੱਚਿਆਂ ਵਾਲੀ ਹੋਣ ਦੀਆਂ ਅਸੀਸਾਂ ਦੇਣੋਂ ਨਾ ਹਟਦੀ। ਤਾਰੇ ਨੂੰ ਪਹਿਨਾਉਣ ਤੇ ਖਵਾਉਣ ਦਾ ਉਸ ਨੂੰ ਇੱਕ ਤਰ੍ਹਾਂ ਇਸ਼ਕ ਹੋ ਗਿਆ ਸੀ। ਇਹਨਾਂ ਸੰਘਣੇ ਪਿਆਰਾਂ, ਫਰਜ਼ਾਂ ਤੇ ਨਿੱਘੀਆਂ ਸਿਫਤਾਂ ਤੋਂ ਜਦ ਕਦੇ ਉਹ ਅਵੇਸਲੀ ਹੁੰਦੀ, ਉਹ ਬੇਜੀ ਦੀ ਯਾਦ ਵਿੱਚ ਆਦਰ ਤੇ ਸਤਿਕਾਰ ਨਾਲ ਝੁਕ ਜਾਂਦੀ। ਰੂਪ ਦੇ ਸ਼ਾਂਤ ਵਗਦੇ ਸਾਗਰ ਵਿੱਚ ਅਚਾਨਕ ਗੜਬੜ ਉੱਠ ਖਲੋਤੀ, ਜਿਵੇਂ ਮਾਖਿਓਂ ਮਾਝੇ ਦੁੱਧ ਵਿੱਚ ਜਿਹੜਾ ਖੀਰ ਬਣ ਰਿਹਾ ਸੀ, ਖੋਇਆ ਹੋ ਰਿਹਾ ਸੀ, ਅਚਾਨਕ ਖੱਟੇ ਦੀਆਂ ਛਿੱਟਾਂ ਆ ਪੈਣ। ਵਿਰੋਧ ਬਾਹਰੋਂ ਨਹੀਂ ਆਉਂਦਾ, ਸਗੋਂ ਪਹਿਲਾਂ ਹੀ ਧਰਤੀ ਵਿੱਚ ਹੁੰਦਾ ਹੈ। ਇਹ ਕਿਸੇ ਨਵੇਂ ਰੂਪ ਨੂੰ ਜਨਮ ਦੇਣ ਲਈ ਸੁਸਤਾ ਜ਼ਰੂਰ ਜਾਂਦਾ ਹੈ, ਪਰ ਖਤਮ ਕਦੇ ਵੀ ਨਹੀਂ ਹੋਇਆ। ਵਧਣਾ ਘਟਣਾ ਕੁਦਰਤ ਦਾ ਅਟਲ ਨੇਮ ਹੈ। ਸਹੁਰੇ ਘਰ ਆ ਕੇ ਇਹ ਇੱਕ ਤਰ੍ਹਾਂ ਤੀਜੀ ਰਾਤ ਸੀ ਜਿਹੜੀ ਉਸ ਕੇਸਰ ਤੋਂ ਬਿਨਾਂ ਕੱਟੀ ਸੀ। ਕੇਸਰ ਡਿਵੀਜ਼ਨ ਦੀਆਂ ਖੇਡਾਂ ਤੇ ਜਲੰਧਰ ਗਿਆ ਹੋਇਆ ਸੀ। ਅਗਲੀਆਂ ਰਾਤਾਂ ਵਾਂਗ ਅੱਜ ਵੀ ਉਸ ਆਪਣੇ ਕੋਲ ਤਾਰੇ ਨੂੰ ਪਾਇਆ ਹੋਇਆ ਸੀ। ਰਾਤ ਕਾਫੀ ਬੀਤ ਚੁੱਕੀ ਸੀ। ਚੰਨ ਆਪਣੀ 5ਵੀਂ 6ਵੀਂ ਗੋਡੀ ਤੋਂ ਉੱਚਾ ਉੱਠਣ ਲਈ ਹੱਥ ਪੈਰ ਮਾਰ ਰਿਹਾ ਸੀ।
ਪਾਲੇ ਦਾ ਜ਼ੋਰ ਮੱਠਾ ਪੈ ਚੁੱਕਾ ਸੀ ਤੇ ਫੱਗਣ ਦਿਨੋਂ ਦਿਨ ਨਿੱਘਾ ਹੁੰਦਾ ਜਾ ਰਿਹਾ ਸੀ। ਰੂਪ ਨੇ ਆਪਣੇ ਸਿਰਹਾਣੇ ਕੋਲ ਦੱਖਣ ਵੱਲ ਦੀ ਬਾਰੀ ਖੋਲੀ ਹੋਈ ਸੀ। ਉਹ ਹਿੱਕ ਤੱਕ ਰਜਾਈ ਖਿੱਚੀ ਬਾਹਰ ਵੱਲ ਵੇਖ ਰਹੀ ਸੀ। ਕੇਸਰ 2 ਰਾਤਾਂ ਲਈ ਕਹਿ ਕੇ ਗਿਆ ਸੀ। 2 ਰਾਤਾਂ ਤਾਂ ਜਿਵੇਂ ਕਿਵੇਂ ਬੀਤ ਗਈਆਂ, ਪਰ ਆ ਤੀਜੀ ਰਾਤ ਸੂਲਾਂ ਦੀ ਸੇਜ ਬਣ ਗਈ ਸੀ। ਪਾਸਾ ਪਰਤਦਿਆਂ ਉਸਦੇ ਹੱਡ ਵੀ ਦੁਖਣ ਲੱਗ ਪਏ ਸਨ। ਨੀਂਦ ਕਿਧਰੇ ਖੰਭ ਲਾ ਗਈ ਤੇ ਇੱਕ ਤੋੜ ਉਸਦਾ ਵਾਲ-ਵਾਲ ਖਿੱਚ ਰਹੀ ਸੀ। ਉਸਨੇ ਇੱਕ ਵਾਰ ਹੀ ਛੱਤ ਉੱਤੇ ਸਾਬ ਤੇ ਮਰਦ ਦਾ ਖਾਮੋਸ਼ ਝੌਲਾ ਤੱਕਿਆ। ਉਹ ਪੈਰਾਂ ਦੇ ਨਹੁੰ ਤੱਕ ਰਜਾਈ 'ਚ ਕੰਬ ਗਈ। ਉਸ ਚੋਰ-ਚੋਰ ਪੁਕਾਰਨਾ ਚਾਹਿਆ, ਪਰ ਸੰਗ ਅਸਲੋਂ ਘੁੱਟ ਕੇ ਰਹਿ ਗਿਆ। ਦੂਜੇ ਚੁਬਾਰੇ 'ਚ ਤੇਜ ਕੌਰ ਗੁੱਡੂ ਸਮੇਤ ਪਿਆ ਕਰਦੀ ਸੀ। ਜੇ ਭਾਈ ਜੀ ਹੁੰਦਾ, ਉਹ ਚੋਰਾਂ ਵਾਂਗ ਕਿਉਂ ਆਉਂਦਾ? ਨਾਲੇ ਇੰਨੀ ਰਾਤ ਗਈ। ਉਸ ਟਾਈਮਪੀਸ ਵੱਲ ਨਿਗਾਹ ਮਾਰੀ। 11:30 ਵੱਜ ਰਹੇ ਸਨ। ਪਰਛਾਵਾਂ ਬਿਨਾਂ ਕਿਸੇ ਆਵਾਜ਼ ਦਿੱਤੇ ਚੁਬਾਰੇ ਦਾ ਬਾਰ ਖੋਲ੍ਹ ਕੇ ਅਲੋਪ ਹੋ ਗਿਆ। ਭਾਈ ਜੀ ਹਮੇਸ਼ਾ ਖੰਘ ਕੇ ਆਉਂਦੇ ਨੇ। ਇਹ ਭਾਈ ਜੀ ਬਿਲਕੁਲ ਨਹੀਂ, ਜ਼ਰੂਰ ਕੋਈ ਚੋਰ ਏ ਜਿਹੜਾ ਤੇਜੋ ਦੀਆਂ ਟੂਮਾਂ ਖਿੱਚਣ ਆਇਆ ਏ। ਹਾਏ ਰੱਬਾ, ਕਿਤੇ ਉਹਦਾ ਗਾਲੀ ਨਾ ਘੁੱਟ ਦਵੇ। ਮੈਂ ਤਾਰੇ ਨੂੰ ਜਗਾਵਾਂ, ਚੋਰ ਇੱਧਰ ਵੀ ਆ ਸਕਦਾ ਏ। ਪਰ ਅੰਦਰੋਂ ਕੁੰਡੀ ਚੜੀ ਹੋਈ ਏ। ਉਹ ਉੱਠ ਕੇ ਖਲੋ ਗਈ। ਉਸਦਾ ਆਪਣਾ ਆਪ ਕਮਜ਼ੋਰ ਪੱਤੇ ਵਾਂਗ ਕੰਬੀ ਜਾ ਰਿਹਾ ਸੀ, ਪਰ ਫਿਰ ਵੀ ਉਹ ਕੁਝ ਨਾ ਕੁਝ ਕਰਨ ਲਈ ਤਿਆਰ ਹੋ ਗਈ। ਤਾਰਾ ਨਿਆਣਾ ਏ, ਚੋਰ ਰੌਲਾ ਪਾਉਣ ਨਾਲ ਨੱਠ ਜਾਏਗਾ। ਕਿਉਂ ਨਾ ਮੈਂ ਬਾਬਾ ਜੀ ਨੂੰ ਹੇਠੋਂ ਜਗਾ ਲਿਆਵਾਂ। ਉਸ ਪਰਛਾਵੇਂ ਵਾਂਗ ਹੀ ਬਾਰ ਖੋਲ੍ਹਿਆ ਤੇ ਚੁਬਾਰੇ ਦੀ ਕੰਧ ਨਾਲ ਘਸੜਦੀ ਪੌੜੀਆਂ ਵੱਲ ਵੱਧ ਤੁਰੀ। ਡਰ, ਕੰਬੇ ਤੇ ਧੜਕਣ ਦੀ ਤੇਜ਼ੀ ਨਾਲ ਉਸਦੀ ਹੋਸ਼ ਮਾਰੀ ਪਈ ਸੀ। ਸਾਰੀਆਂ ਪੌੜੀਆਂ ਮਸੀਂ-ਮਸੀਂ ਉਹ ਬਹਿ-ਬਹਿ ਉਤਰੀ। ਕਾਂਬਾ ਭਾਵੇਂ ਇੱਕ ਪਲ ਨਰਮ ਨਹੀਂ ਸੀ ਹੋਇਆ, ਪਰ ਵਿਹੜੇ ਪੈਰ ਪਾਉਂਦਿਆਂ ਹੀ ਉਸ ਆਪਣੇ ਆਪ ਨੂੰ ਤਕੜੀ ਮਹਿਸੂਸ ਕੀਤਾ। ਉਸਦਾ ਬਾਬਾ ਜੀ ਸੁਭਾਅ ਵਿੱਚ ਪਿਆ ਸੀ। ਉਸ ਸਾਹ ਵਾਂਗ ਹੀ ਹੌਲੀ-ਹੌਲੀ ਪੁਕਾਰਿਆ, ਬਾਬਾ ਜੀ, ਚੋਰ! ਬਾਬਾ ਜੀ ਉੱਠੋ, ਆਪਣੇ ਚੁਬਾਰੇ ਚੋਰ! ਪਰ ਜਦ ਕਾਹਲੀ ਵਿੱਚ ਹੌਸਲਾ ਕਰਕੇ ਉਸ ਮੰਜਾ ਹਿਲਾਇਆ, ਉਹ ਖਾਲੀ ਸੀ। ਉਹ ਸੁੰਨ ਹੀ ਰਹਿ ਗਈ, ਜਿਵੇਂ ਖੜੀ-ਖੜੀ ਦੇ 100 ਘੜਾ ਪਾਣੀ ਪੈ ਗਿਆ ਹੋਵੇ। ਉਸ ਦੀਆਂ ਸੱਤੇ ਸੁਧਾ ਮਾਰੀਆਂ ਗਈਆਂ। ਇਉਂ ਜਾਪਦਾ ਸੀ ਜਿਵੇਂ ਉਸਨੂੰ ਦੰਦਲ ਪੈ ਗਈ ਹੈ। ਉਸਦਾ ਸਾਰਾ ਸਰੀਰ ਝੁੱਠਾ ਪੈ ਗਿਆ ਸੀ ਤੇ ਅੱਖਾਂ ਦੇ ਆਨੇ ਬਾਹਰ ਆਉਣ ਵਾਲੇ ਹੋ ਗਏ ਸਨ। ਤਾਂ ਬਾਬਾ ਜੀ, ਉਹ ਅੱਗੇ ਕੁਝ ਵੀ ਨਾ ਸੋਚ ਸਕੀ। ਉਸ ਐਵੇਂ ਹੀ ਖੜੀ-ਖੜੀ ਨੇ ਅਸਮਾਨ ਵੱਲ ਤੱਕਿਆ, ਜਿੱਥੇ ਚੰਦ ਸਿਤਾਰੇ ਹੁਣ ਟੁਕੜੇ ਹੋ ਕੇ ਚਵਾਰੇ ਤੇ ਢਹਿ ਪੈਣਗੇ। ਉਸ ਜੀਰਾ ਕਰਕੇ ਰਜਾਈ ਖਿੱਚ ਕੇ ਵੇਖੀ। ਉਸ ਦੀ ਸ਼ੱਕ ਯਕੀਨ ਵਿੱਚ ਬਦਲ ਗਈ। ਫਿਰ ਉਹ ਪਲ ਦੀ ਪਲ ਤੇਜੋ ਦਾ ਸਹੁਰੇ ਨੂੰ ਆਪ ਰੋਟੀ ਪਰੋਸਣਾ, ਚਾਹ ਫੜਾਉਣਾ ਤੇ ਰਾਤ ਨੂੰ ਪੈਰ ਧੋਣਾ ਸੋਚ ਗਈ ਤੇ ਇਸ ਦਾ ਅਸਲ ਕਾਰਨ ਵੀ ਸਮਝ ਗਈ। ਬਜ਼ੁਰਗਾਂ ਦੀ ਸੇਵਾ ਕਰਨਾ ਤਾਂ ਸਾਡਾ ਧਰਮ ਹੈ, ਪਰ ਇਹ ਅਨਰਥ। ਉਸ ਆਪਣਾ ਮੂੰਹ ਨੋਚ ਲਿਆ। ਉਈ, ਮਰ ਗਈ। ਉਸ ਦੀ ਸੱਸ ਨੇ ਪਾਸਾ ਪਰਤਦਿਆਂ ਰੂਪ ਦਾ ਤਰਾਹ ਕੱਢ ਦਿੱਤਾ। ਮੈਂ ਮਾਂ ਜੀ ਨੂੰ ਦੱਸ ਦੇਵਾਂ? ਉਹ 2 ਕਦਮ ਪੁੱਟ ਕੇ ਫਿਰ ਰੁਕ ਗਈ। ਇਹ ਗੱਲ ਵੀ ਮਾੜੀ ਹੋਵੇਗੀ। ਮੈਂ ਪਹਿਲਾਂ ਸਰਦਾਰ ਜੀ ਨੂੰ ਦੱਸਾਂ, ਕਿਤੇ ਉਹ ਨਾ ਗੁੱਸੇ ਹੋ ਜਾਣ। ਉਸ ਦੀ ਕੰਬਣੀ ਅਜੀਬ ਤਰ੍ਹਾਂ ਦੀ ਸੁੰਨ ਵਿੱਚ ਬਦਲ ਗਈ। ਹੁਣ ਮੈਂ ਇੱਥੇ ਕਿਉਂ ਖਲੋਤੀ ਹਾਂ? ਉਹ ਬਿਜਲੀ ਦੇ ਝਟਕੇ ਵਾਂਗ ਹਿੱਲੀ ਤੇ ਮਲਕੜੇ ਪੌੜੀਆਂ ਚੜ੍ਹਨਾ ਸ਼ੁਰੂ ਕਰ ਦਿੱਤਾ। ਚੰਨ ਕਾਫੀ ਉੱਚਾ ਉੱਠ ਆਇਆ ਸੀ ਤੇ ਉਸ ਦੀ ਬੇਹਯਾ ਚਾਨਣੀ ਫਿੱਕੀ ਪੀਲੀ ਪਈ ਹੋਈ ਸੀ। ਛੱਤ ਤੇ ਆ ਕੇ ਰੂਪ ਨੂੰ ਫਿਰ ਕੰਬਣੀ ਛਿੜ ਗਈ। ਚੋਰ ਵਿਰੁੱਧ ਜਿਹੜਾ ਜੇਰਾ 2 ਮਿੰਟ ਪਹਿਲਾਂ ਜੁਰਤ ਬਣ ਕੇ ਉੱਭਰਿਆ ਸੀ, ਬੁਰੀ ਤਰ੍ਹਾਂ ਦੇ ਤਰਾਹ ਵਿੱਚ ਬਦਲ ਗਿਆ। ਕਿਤੇ ਬਘਿਆੜ ਮੈਨੂੰ ਹੀ। ਉਸ ਸਹਿਜ ਨਾਲ ਤਖਤੇ ਢੋਂਦਿਆਂ ਕੁੰਡੀ ਚਾੜ ਦਿੱਤੀ ਤੇ ਆਪ ਤਖਤਿਆਂ ਨਾਲ ਪਿੱਠ ਜੋੜ ਕੇ ਖਲੋ ਗਈ। ਉਸ ਦੀਆਂ ਲੱਤਾਂ ਉਸਦਾ ਭਾਰ ਚੁੱਕਣ ਤੋਂ ਇਨਕਾਰੀ ਸਨ। ਫਿਰ ਉਸ ਨੂੰਹਾਂ ਤੇ ਧੀਆਂ ਦੇ ਰਿਸ਼ਤੇ ਵਿਚਲਾ ਫਰਕ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਤਖਤੇ ਛੱਡ ਕੇ ਉਸ ਤਾਰੇ ਦਾ ਪੈਰ ਹਿਲਾਉਣਿਆ ਅੰਝਾਣਾ ਪਾਸਾ ਪਰਤ ਕੇ ਫਿਰ ਸੌਂ ਗਿਆ। ਰੂਪ ਨੇ ਅੱਗੇ ਵੱਧ ਕੇ ਖੁੱਲੀ ਬਾਰੀ ਵੀ ਬੰਦ ਕਰ ਦਿੱਤੀ। ਬਾਰੀ ਦੀ ਕੁੰਡੀ ਮਾਰਦਿਆਂ ਉਸ ਦੇ ਕੰਬਦੇ ਹੱਥਾਂ ਤੋਂ ਮਾਮੂਲੀ ਖੜਾਕ ਹੋ ਗਿਆ। ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸ ਦੀ ਛਾਤੀ ਤੇ ਵਦਾਨ ਆ ਪਿਆ ਹੋਵੇ। ਉਹ ਕਿਸੇ ਤਰ੍ਹਾਂ ਦਾ ਵੀ ਉਪੱਦਰ ਵੇਖਣ ਤੋਂ ਪਹਿਲਾਂ ਆਪਣੀਆਂ ਪਾਕ ਸਾਫ਼ ਅੱਖਾਂ ਸਿਉਂ ਲੈਣਾ ਚਾਹੁੰਦੀ ਸੀ। ਦੁਨੀਆ ਇੰਨੀ ਨੀਚ ਵੀ ਹੋ ਸਕਦੀ ਹੈ? ਉਸ ਦੇ ਵਹਿਮ ਵਿੱਚ ਵੀ ਨਹੀਂ ਸੀ ਆਇਆ। ਇਹਦੀ ਜੀਭ ਬੀਬਾ ਕਰਦੀ ਖੰਡ ਦੀ ਛੁਰੀ। ਉਹ ਇੱਕ ਵਾਰ ਹੀ ਮੰਜੇ ਤੇ ਡਿੱਗ ਪਈ ਤੇ ਦੋਹਾਂ ਹੱਥਾਂ 'ਚ ਮੂੰਹ ਘੁੱਟਦਿਆਂ ਸਿਰ ਨੂੰ 3 ਵਾਰੀ ਨਹੀਂ ਦੀਆਂ ਪੁਆਟਣੀਆਂ ਦਿੱਤੀਆਂ। ਉਸ ਨੂੰ ਆਪਣਾ ਅੜਬ, ਲਾਲਚੀ ਤੇ ਸ਼ਰਾਬੀ ਪਿਤਾ ਲੱਖ ਦਰਜੇ ਚੰਗਾ ਤੇ ਸਊ ਪ੍ਰਤੀਤ ਹੋ ਰਿਹਾ ਸੀ। ਕਮਰੇ ਵਿੱਚ ਟਾਈਮਪੀਸ ਦੀ ਟਿਕ ਟਿਕ ਉਸ ਦੇ ਦਿਲ ਵਾਂਗ ਧੜਕੀ ਜਾ ਰਹੀ ਸੀ। ਮੈਂ ਕੀ ਕਰਾਂ? ਕਿੱਧਰ ਨੂੰ ਜਾਵਾਂ? ਲੈਂਪ ਨਾ ਬਾਲ ਲਵਾਂ? ਪਰ ਉਦੋਂ ਹੀ ਕੰਨਾਂ ਨੂੰ ਹੱਥ ਲਾ ਗਈ।
ਪਲ ਵਿੱਚ ਹੀ ਉਸਨੂੰ ਆਪਣਾ ਸਵਰਗ ਮੈਲਾ ਤੇ ਨਰਕ ਬਰਾਬਰ ਦਿਸਣ ਲੱਗ ਪਿਆ। ਉਸ ਪਹਿਲੀ ਵਾਰ ਮਨ 'ਚ ਕਿਹਾ, ਮੈਂ ਇੱਥੇ ਕਾਹਨੂੰ ਆਉਣਾ ਸੀ, ਪਰ ਇਸ ਨਰਕ ਵਿੱਚ ਇੱਕ ਦੇਵਤਾ ਵੀ ਤਾਂ ਹੈ। ਕੇਸਰ ਦਾ ਖਿਆਲ ਕਰਦਿਆਂ ਹੀ ਉਹ ਥੋੜ੍ਹੀ ਤਕੜੀ ਹੋ ਗਈ। ਉਸ ਰਜਾਈ ਗਲ ਤੱਕ ਖਿੱਚ ਲਈ। ਉਹ ਥੋੜ੍ਹਾ ਸਮਾਂ ਹੀ ਬਾਹਰ ਰਹਿਣ ਨਾਲ ਠਰ ਗਈ ਸੀ। ਇੱਕ ਵਾਰ ਉਸ ਦੇ ਜੀਅ 'ਚ ਆਈ, ਬਾਰੀ ਖੋਲ੍ਹ ਲਵਾਂ, ਪਰ ਫਿਰ ਉਸ ਇਰਾਦਾ ਬਦਲ ਲਿਆ। ਤੇਜੋ ਤਾਂ ਇੰਨੀ ਮਾੜੀ ਨਹੀਂ ਸੀ। ਅਜਿਹੀ ਭੈੜੀ ਘਟਨਾ ਦੇ ਬਰਾਬਰ ਨੀਂਦ ਕਿਵੇਂ ਆ ਸਕਦੀ ਸੀ? ਉਸ ਪਾਸਾ ਪਰਤ ਕੇ ਆਪਣਾ ਸਿਰ ਸਿਰਹਾਣੇ ਤੋਂ ਭੁੰਜੇ ਸੁੱਟ ਲਿਆ। ਖਿਆਲਾਂ ਦੀਆਂ ਬੇਸ਼ੁਮਾਰ ਆਰੀਆਂ ਉਸਦੇ ਦਿਮਾਗ ਵਿੱਚ ਖਿੱਚੀਆਂ ਜਾ ਰਹੀਆਂ ਸਨ। ਉਸਨੂੰ ਇੱਕ ਹੋਰ ਖਿਆਲ ਨੇ ਝੰਜੋੜਿਆ। ਜਾਣ ਵਾਲਾ ਬੰਦਾ ਹੋ ਸਕਦਾ ਏ ਬਾਬਾ ਜੀ ਨਾ ਹੀ ਹੋਵੇ, ਕੋਈ ਹੋਰ ਹੋਵੇ, ਖਬਰੇ ਚੋਰੀ ਹੋਵੇ। ਉਸ ਦਾ ਇਰਾਦਾ ਬਣ ਗਿਆ, ਦੇਖਾ ਤਾਂ ਸਹੀ, ਜੇ ਸਰਦਾਰ ਜੀ ਨੂੰ ਦੱਸਣਾ ਹੀ ਪੈ ਗਿਆ ਤਾਂ ਦੱਸਾਂਗੇ ਵੀ ਕੀ। ਉਸ ਰਜਾਈ ਵਗਾਹ ਮਾਰੀ ਤੇ ਦੂਜੀ ਵਾਰੀ ਵਿੱਚ ਦੀ ਅਜਿਹੀ ਝੀਤ ਪੈਦਾ ਕਰ ਲਈ ਜਿਸ ਰਾਹੀਂ ਚੁਬਾਰੇ ਤੋਂ ਆਉਂਦਾ ਆਦਮੀ ਪੌੜੀਆਂ ਤੱਕ ਉਤਰਦਾ ਦੇਖਿਆ ਜਾ ਸਕਦਾ ਸੀ। ਉਸ 2 ਕਦਮਾਂ ਪਿਛਾਂਹ ਪੁੱਟ ਕੇ ਬਾਰ ਦੀ ਕੁੰਡੀ ਨੂੰ ਟੋਹ ਕੇ ਦੁਬਾਰਾ ਤਸੱਲੀ ਕੀਤੀ। ਕੁੰਡੀ ਠੀਕ ਆਪਣੇ ਟਿਕਾਣੇ ਸਿਰ ਸੀ। ਉਸ ਜਾਸੂਸਾਂ ਵਾਂਗ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ। ਉਹ ਝੀਥ ਰਾਹ ਇੱਕ ਟੱਕ ਵੇਖੀ ਜਾ ਰਹੀ ਸੀ। ਉਸ ਕੰਨਾਂ ਨੂੰ ਇਸ ਤਰ੍ਹਾਂ ਪਤਲਿਆਂ ਪਾਇਆ ਹੋਇਆ ਸੀ ਜਿਵੇਂ ਬਿੱਲੇ ਨੂੰ ਪਹੁੰਚੋਂ ਫੜਨਾ ਹੋਵੇ। ਉਹ ਕਾਫੀ ਸਮਾਂ ਖਲੋਤੀ ਰਹੀ। ਦੂਜੇ ਚੁਬਾਰੇ 'ਚੋਂ ਕਿਸੇ ਤਰ੍ਹਾਂ ਦੀ ਆਵਾਜ਼ ਜਾਂ ਖੜਾਕ ਨਾ ਹੋਇਆ। ਉਸ ਥਕੇਵਾਂ ਅਨੁਭਵ ਕਰਦਿਆਂ ਸੋਚਿਆ, ਮੈਨੂੰ ਵਹਿਮ ਤਾਂ ਨਹੀਂ ਹੋ ਗਿਆ? ਮੈਂ ਜਾਗਦੀ ਵੀ ਹਾਂ? ਨਹੀਂ, ਮੈਂ ਆਦਮੀ ਨੂੰ ਜਾਂਦਿਆਂ ਵੇਖਿਆ ਤੇ ਬਾਬਾ ਜੀ ਦਾ ਖਾਲੀ ਮੰਜਾ। ਪਰ ਸੱਚ ਦਾ ਨਤਾਰਾ ਤਾਂ ਹਾਲੇ ਹੋਣ ਵਾਲਾ ਹੈ। ਜੇਕਰ ਚੋਰ ਹੋਇਆ ਤਾਂ ਮੈਂ ਉੱਚੀ ਉੱਚੀ ਰੌਲਾ ਪਾ ਦੇਵਾਂਗੀ। ਉਸ ਲੱਤਾਂ ਦੀ ਕੰਬਣੀ ਦੂਰ ਕਰਨ ਲਈ ਚੁਬਾਰੇ 'ਚ 2-4 ਕਦਮਾਂ ਪੁੱਟੀਆਂ ਤੇ ਆਪਣੇ ਟਿਕਾਣੇ ਡਟ ਗਈ। ਬੰਦੇ ਦੇ ਅੰਦਰ ਜਾਣ ਬਾਰੇ ਤਾਂ ਉਸਨੂੰ ਪੂਰਨ ਨਿਸ਼ਚਾ ਸੀ, ਪਰ ਹੈ ਕੌਣ ਇਹ ਉਹ ਹਾਲੇ ਕੁਝ ਨਹੀਂ ਸੀ ਕਹਿ ਸਕਦੀ। ਜੇ ਠੀਕ ਬਾਬਾ ਜੀ ਹੀ ਹੋਏ ਤਦ ਜਿਉਣ ਦਾ ਕੋਈ ਧਰਮ ਨਹੀਂ। ਧਰਤੀ ਨੂੰ ਨਿੱਘਰ ਹੀ ਜਾਣਾ ਚਾਹੀਦਾ ਸੀ। ਚਾਨਣੀ ਭਾਵੇਂ ਬਹੁਤ ਨਹੀਂ ਸੀ, ਪਰ 2 ਕਦਮਾਂ ਤੋਂ ਲੰਘਦਾ ਬੰਦਾ ਜ਼ਰੂਰ ਪਛਾਣਿਆ ਜਾ ਸਕਦਾ ਸੀ। ਉਦੋਂ ਹੀ ਦੂਜੇ ਚੁਬਾਰੇ ਦੀ ਕੁੰਡੀ ਥੋੜ੍ਹੀ ਖੜਕ ਪਈ। ਰੂਪ ਦੇ ਨੀਝ ਲਾ ਕੇ ਵੇਖਣ ਸਮੇਂ ਉਸ ਦਾ ਮੱਥਾ ਸਫੰਜ ਵਾਂਗ ਘੁੱਟਿਆ ਗਿਆ, ਜਿਸ ਨੂੰ ਠਾਰੀ ਹੋਣ ਤੇ ਵੀ ਮੁੜਕਾ ਆ ਗਿਆ ਸੀ। ਸਹਿਜ ਨਾਲ ਬੂਹਾ ਖੁੱਲਿਆ ਅਤੇ ਬੰਦਾ ਵੀ ਬਾਹਰ ਆ ਗਿਆ। ਰੂਪ ਦੀਆਂ ਨਜ਼ਰਾਂ ਨੇ ਦੋਹਾਂ ਬਰਾਂਡਿਆਂ ਦਾ ਹਨੇਰਾ ਅਤੇ ਵਿਚਕਾਰਲੀ ਚਾਨਣੀ ਚੀਰਦਿਆਂ ਬੰਦਾ ਖਲੋਤਾ ਦੇਖ ਲਿਆ। ਉਸ ਦੀਆਂ ਵਗਦੀਆਂ ਨਾੜਾਂ ਦਾ ਲਹੂ ਥਾਂ ਦੀ ਥਾਂ ਜੰਮ ਗਿਆ। ਉਹ ਕੰਬਦੇ ਆਪੇ ਨਾਲ ਸ਼ਿਕਾਰੀ ਬਿੱਲੀ ਵਾਂਗ ਸ਼ਹਿ ਲਾਈ ਖਲੋਤਾ ਸੀ। ਬੰਦਾ ਪੋਲੇ ਪੈਰੀਂ ਤੁਰਦਾ ਚਾਨਣੀ ਵਿੱਚ ਆ ਗਿਆ। ਇਹ ਬੰਦਾ ਰੂਪ ਦਾ ਸਹੁਰਾ, ਪਿੰਡ ਦਾ ਮੰਨਿਆ ਦੰਨਿਆ ਚੌਧਰੀ, ਪੰਚਾਇਤ ਦਾ ਮੈਂਬਰ ਤੇ 2 ਧੀਆਂ ਦਾ ਬਾਪ ਸਰਦਾਰ ਦੁੱਲਾ ਸਿੰਘ ਹੀ ਸੀ। ਰੂਪ ਨੂੰ ਘਮੇਰਨੀ ਆ ਗਈ, ਜਿਵੇਂ ਪਰਲੋ ਸ਼ੁਰੂ ਹੋ ਗਈ ਸੀ। ਉਸ ਕੰਧ ਨਾਲ ਪਾਸਾ ਲਾਉਂਦਿਆਂ ਉਤਾਂ ਲੋਹੇ ਦੀ ਟੰਗਣੀ ਨੂੰ ਹੱਥ ਪਾ ਲਿਆ। ਉਸ ਝੀਥਰਾ ਵੇਖਿਆ, ਉੱਥੇ ਕੋਈ ਨਹੀਂ ਸੀ। ਬਾਹਰ ਨਿਰਲੱਜ ਚਾਨਣੀ ਨਾਲ ਪਰਛਾਵੇਂ ਦਾ ਹਨੇਰਾ ਹੱਥੋਂ ਪਾਈ ਹੋਇਆ ਪਿਆ ਸੀ। ਕੇਸਰ ਦੀ ਕਿਆਰੀ ਦੋਜ਼ਖੀ ਭਾਅ ਨਾਲ ਲੋਹੀ ਲਾਖੀ ਹੋ ਗਈ ਸੀ। ਗੁੰਮਸੁੰਮ ਖਲੋਤੀ ਰੂਪ ਨੂੰ ਜਾਪਿਆ ਜਿਵੇਂ ਕੋਈ ਉਸ ਨੂੰ ਥੱਪੜ ਮਾਰ ਗਿਆ ਹੈ, ਧੀਆਂ ਦੀ ਜ਼ਾਤ ਨੂੰ ਕੁਚਲ ਕੇ ਅੱਗੇ ਵਧ ਗਿਆ ਹੈ। ਅੱਖੀਂ ਸਾਹਮਣੇ ਹੋਏ ਅਨਰਥ ਤੇ ਰੂਪ ਨੂੰ ਯਕੀਨ ਨਹੀਂ ਸੀ ਆਉਂਦਾ, ਪਰ ਅਸਲੀਅਤ ਨੇ ਘਟਨਾ ਦਾ ਠੋਸ ਹੱਥ ਬਣ ਕੇ ਸੱਭਿਅਤਾ ਤੇ ਇਖਲਾਕ ਦੇ ਚਮਕਦੇ ਮੂੰਹ ਤੇ ਕਾਲਖ ਮਲ ਦਿੱਤੀ ਸੀ। ਰੂਪ ਆਪਣੇ ਮੰਜੇ ਤੇ ਆ ਡਿੱਗੀ। ਉਹ ਇਸ ਤਰ੍ਹਾਂ ਸਾਹ ਸਤਹੀਣ ਪਈ ਸੀ ਜਿਵੇਂ ਘੜਿਆਂ ਦੇ ਘੜੇ ਉਸ ਚੋਂ ਲਹੂ ਖਿੱਚ ਲਿਆ ਗਿਆ ਸੀ। ਟਾਈਮ ਪੀਸ ਦੀ ਟਕ ਟਕ ਨਾਲ ਰੂਪ ਦੀ ਧੜਕਣ ਨੇ ਉਸ ਦੀ ਰੂਹ ਦਾ ਨਾਸ ਮਾਰ ਸੁੱਟਿਆ। ਉਸ ਦੇ ਸਵਰਗ ਦੀ ਇੱਟ ਇੱਟ ਹੋਈ ਪਈ ਸੀ ਤੇ ਵਿਕਰਾਲ ਦੰਦਾਂ ਵਾਲਾ ਨਰਕ ਚਾਂਬਰਾ ਮਾਰ ਰਿਹਾ ਸੀ। ਮੈਂ ਉਹਨਾਂ ਨੂੰ ਕਿਵੇਂ ਦੱਸਾਂਗੀ? ਦੱਸ ਵੀ ਸਕਾਂਗੀ, ਇਹ ਦੁਨੀਆ ਗਰਕ ਕਿਉਂ ਨਹੀਂ ਹੁੰਦੀ? ਉਸ ਦੀਆਂ ਅੱਖਾਂ ਨੇ ਵਹਿਣਾ ਸ਼ੁਰੂ ਕਰ ਦਿੱਤਾ। ਉਹ ਹਰਨੋਟੀਆਂ ਜਿਨ੍ਹਾਂ ਨੂੰ ਰੋਣਾ ਭੁੱਲ ਗਿਆ ਸੀ ਤੇ ਹੱਸਣ ਦਾ ਇਸ਼ਕ ਸਾਵਾ ਸੂਹਾ ਕੇਸਰ ਬਣ ਗਿਆ ਸੀ, ਅੱਜ ਫੇਰ ਚੁੱਪਚਾਪ ਪਰਨਾਲਿਆਂ ਵਾਂਗ ਡੁੱਲੀ ਜਾ ਰਹੀਆਂ ਸਨ। ਉਸ ਨੂੰ ਲਗਾਤਾਰ 2-3 ਨਿਛਾਂ ਆਈਆਂ। ਅਵਾਰਾ ਖਿਆਲਾਂ ਕਾਰਨ ਉਸ ਦਾ ਸਿਰ ਭਾਰਾ ਹੋ ਗਿਆ ਤੇ ਥੋੜੇ ਚਿਰ ਪਿੱਛੋਂ ਉਹ ਨੀਂਦ ਲਈ ਊਂਘ ਪਈ। ਉਹ ਹਾਲੇ ਅੱਧਾ ਘੰਟਾ ਵੀ ਨਹੀਂ ਸੀ ਸੁੱਤੀ ਕਿ ਭੁਚਾਲ ਦੇ ਝਟਕੇ ਨਾਲ ਕੰਬ ਗਈ। ਉਹ ਇੱਕ ਵਾਰ ਹੀ ਝੁੱਠੀ ਪੈ ਗਈ, ਜਿਵੇਂ ਕਿਸੇ ਪਰਛਾਵੇਂ ਨੇ ਉਸ ਨੂੰ ਗਲੋਂ ਆ ਫੜਿਆ ਸੀ। ਉਸ ਤੋਂ ਬੋਲ ਨਹੀਂ ਸੀ ਹੁੰਦਾ। ਮੂੰਹ ਜ਼ੋਰ ਕਾਂਬੇ ਨਾਲ ਮੰਜਾ ਵੀ ਹਿੱਲੀ ਜਾ ਰਿਹਾ ਸੀ। ਉਸ ਤੋਂ ਬਾਂਹ ਤੱਕ ਨਹੀਂ ਚੁੱਕੀ ਜਾਂਦੀ ਸੀ। ਉਹ ਚਾਹੁੰਦੀ ਸੀ ਤਾਰੇ ਨੂੰ ਜਗਾ ਕੇ ਆਪਣੇ ਨਾਲ ਪਾ ਲਵੇ। ਉਸ ਜੀਰਾ ਕਰਕੇ ਵਾਹਿਗੁਰੂ ਸਤਨਾਮ ਆਖਿਆ। ਉਸ ਦੀ ਬੀਜੀ ਨੇ ਦੱਸਿਆ ਸੀ, ਇਸ ਤਰ੍ਹਾਂ ਭੂਤ ਚੜੇਲ ਨੇੜੇ ਨਹੀਂ ਆਉਂਦੇ। ਉਸ ਵਾਹਿਗੁਰੂ ਵਾਹਿਗੁਰੂ ਆਖਦੀ ਨੇ ਤਾਰੇ ਨੂੰ ਜਗਾ ਲਿਆ। ਮੁੰਡਾ ਨੀਂਦ 'ਚ ਉੱਠਦਾ ਹੀ ਬੋਲਿਆ, ਭਾਬੀ
ਕੀ ਹੋ ਗਿਆ? ਕੁਝ ਨਹੀਂ, ਤੂੰ ਮੇਰੇ ਨਾਲ ਪੈ ਜਾ। ਵਾਹਿਗੁਰੂ। ਉਸ ਦਾ ਹਾਲੇ ਵੀ ਡਰ ਨਹੀਂ ਲੱਥਾ ਸੀ। ਮੁੰਡਾ ਉੱਠ ਕੇ ਪੈ ਗਿਆ। ਉਸ ਨੂੰ ਫਿਰ ਨੀਂਦ ਨੇ ਦਬਾ ਲਿਆ। ਰੂਪ ਨੂੰ ਮਾਮੂਲੀ ਸ਼ਾਂਤੀ ਆ ਗਈ। ਹੁਣ ਉਸ ਕੇਸਰ ਉੱਤੇ ਵਰਨਾ ਸ਼ੁਰੂ ਕਰ ਦਿੱਤਾ। ਉਹ 2 ਰਾਤ ਕਹਿ ਕੇ ਕਾਹਤੋਂ ਨਾ ਆਏ? ਉਸ ਨੂੰ ਵਰਾਉਣ ਵਾਲਾ ਉੱਥੇ ਕੋਈ ਨਹੀਂ ਸੀ ਤੇ ਉਸ ਦੀਆਂ ਅੱਖਾਂ ਬਰਸਾਤੀ ਚਸ਼ਮਿਆਂ ਵਾਂਗ ਉਛਲਦੀਆਂ ਹੀ ਰਹੀਆਂ। ਤੜਕਸਾਰ ਉਸ ਨੂੰ ਨੀਂਦ ਦਾ ਝੌਂਕਾ ਆ ਗਿਆ। ਦੂਜੀ ਵਾਰ ਉਸ ਫੇਰ ਕਿਸੇ ਨੂੰ ਬੂਹਾ ਤੋੜਦਿਆਂ ਸੁਣਿਆ। ਕੰਬੇ ਨਾਲ ਉਸ ਦੀ ਹਲਕੀ ਜਿਹੀ ਚੀਕ ਨਿਕਲ ਗਈ। ਉਹ ਵਾਹਿਗੁਰੂ ਆਖਦੀ ਅੱਬੜਵਾ ਉੱਠ ਬੈਠੀ। ਜਿਉਂ ਹੀ ਉਸ ਅੱਖਾਂ ਖੋਲੀਆਂ, ਉਸ ਦਾ ਡਰ ਜਾਂਦਾ ਰਿਹਾ। ਬਾਹਰ ਚਾਨਣ ਹੋ ਚੁੱਕਾ ਸੀ ਤੇ ਤੇਜੋ ਨਿੱਤ ਵਾਂਗ ਤਖਤੇ ਠੋਰ ਕੇ ਥੱਲੇ ਉਤਰ ਗਈ ਸੀ। ਦਿਨ ਚੜ ਆਉਣ ਤੇ ਉਸ ਰੱਬ ਦਾ ਸ਼ੁਕਰ ਕੀਤਾ। ਉਸ ਦੇ ਸਿਰ ਵਿੱਚ ਦਰਦ ਹੋ ਰਹੀ ਸੀ। ਜਦ ਉਹ ਥੱਲੇ ਉਤਰੀ, ਤੇਜੋ ਨੇ ਚਾਟੀ ਵਿੱਚ ਮਧਾਣੀ ਪਾ ਲਈ ਸੀ। ਉਸ ਪੰਪ ਤੇ ਚੂਲੀ ਕਰਕੇ ਚੁੱਲ੍ਹਾ ਧਖਾ ਲਿਆ। ਪਾਣੀ ਗਰਮ ਕਰਕੇ ਸੱਸ ਕੋਲ ਲੈ ਗਈ। ਸਤਿ ਸ਼੍ਰੀ ਅਕਾਲ ਮਾਂ ਜੀ। ਗੁਰੂ ਪ੍ਰਕਾਰ ਧੀਏ। ਹਾਏ! ਜੈ ਕੌਰ ਨੇ ਉੱਠਦਿਆਂ ਪੀੜ ਅਨੁਭਵ ਕੀਤੀ। ਧੀਏ, ਤੂੰ ਜਾਣੀ ਰਾਤੀ ਚੁਬਾਰੇ 'ਚ ਤੁਰਦੀ ਫਿਰਦੀ ਰਹੀ ਹੈ। ਕੀ ਗੱਲ ਸੀ? ਰੂਪ ਨੂੰ ਖਿਆਲ ਵੀ ਨਹੀਂ ਸੀ ਕਿ ਚੁਬਾਰੇ ਹੇਠਾਂ ਮਾਂ ਜੀ ਦਾ ਮੰਜਾ ਹੈ। ਉਸ ਚੋਰਾਂ ਵਾਂਗ ਸੁਭਾਅ 'ਚ ਮੂੰਹ ਧੋਂਦੇ ਸਹੁਰੇ ਵੱਲ ਵੇਖਿਆ ਤੇ ਦੁੱਲਾ ਸਿੰਘ ਨੇ ਵੀ ਉਸ ਨੂੰ ਉਦੋਂ ਹੀ ਤਾੜ ਲਿਆ। ਨਹੀਂ ਮਾਂ ਜੀ। ਰੂਪ ਨੂੰ ਕਾਹਲੀ 'ਚ ਕੋਈ ਤਸੱਲੀ ਵਾਲਾ ਜਵਾਬ ਨਾ ਔੜਿਆ। ਜਦ ਉਸ ਮੁੜ ਸਹੁਰੇ ਵੱਲ ਦੇਖਿਆ, ਉਸ ਦੀਆਂ ਲਾਲ ਸੂਈਆਂ ਅੱਖਾਂ 'ਚ ਤਿੱਖੀਆਂ ਲੰਮੀਆਂ ਸੂਲਾਂ ਉੱਗ ਆਈਆਂ ਸਨ। ਤੇਜੋ ਨੇ ਮਧਾਣੀ ਦੀ ਕੁੰਕਾਰ 'ਚ ਕੁਝ ਨਹੀਂ ਸੁਣਿਆ ਸੀ। ਰੂਪ ਜਦ ਸਹੁਰੇ ਕੋਲੋਂ ਲੰਘਣ ਲੱਗੀ ਤਾਂ ਉਸ ਆਪਣੀ ਤਰ੍ਹਾਂ ਦਾ ਵਿਸ਼ੇਸ਼ ਖੰਗੂਰਾ ਮਾਰਿਆ। ਰੂਪ ਨੂੰ ਤਰਾਹ ਨਾਲ ਕੰਬਣੀ ਆ ਗਈ, ਪਰ ਉਸ ਪੈਰ ਥਿੜਕਣੋਂ ਬਚਾ ਲਏ। ਜਦ ਉਸ ਘੁੰਡ ਤੋਂ ਸਹਿਮਦਿਆਂ ਵੇਖਣ ਦਾ ਯਤਨ ਕੀਤਾ, ਦੁੱਲਾ ਸਿੰਘ ਬਘਿਆੜ ਬਣਿਆ ਬੈਠਾ ਸੀ, ਜਿਹੜਾ ਉਸ ਦੀਆਂ ਹੱਡੀਆਂ ਤੱਕ ਨਿਗਲ ਜਾਣ ਵਾਲਾ ਸੀ। ਉਹ ਚੁੱਲ੍ਹੇ ਬੈਠੀ ਵੀ ਕੰਬੀ ਜਾ ਰਹੀ ਸੀ। ਹੁਣ ਕੀ ਹੋਏਗਾ? ਸੋਚ ਨੇ ਉਸ ਨੂੰ ਫਿਰ ਬੁਰਕੀ ਤੋੜਨਾ ਸ਼ੁਰੂ ਕਰ ਦਿੱਤਾ। ਉਸ ਦੇ ਦਿਲ ਨੂੰ ਡੋਬ ਪੈ ਰਹੇ ਸਨ, ਜਿਵੇਂ ਕੋਈ ਸਰਾਲ ਘੁੱਟ-ਘੁੱਟ ਕਰਕੇ ਉਸ ਦਾ ਲਹੂ ਪੀ ਰਹੀ ਸੀ। 9 ਵਜੇ ਸਹੁਰਾ ਰਸੋਈ ਘਰ ਅੱਗੇ ਆ ਕੇ ਖੜਕਿਆ। ਕੁੜੀਏ, ਤੂੰ ਹਾਲੇ ਤੱਕ ਰੋਟੀ ਵੀ ਨਹੀਂ ਲਾਹੀ? ਕੀ ਕਰਦੀ ਰਹੀ ਹੈ? ਮੈਂ ਸ਼ਹਿਰ ਨੂੰ ਜਾਣਾ ਸੀ। ਰੂਪ ਦਾ ਸੁਣਦਿਆਂ ਹੀ ਅੰਦਰ ਕੰਬ ਗਿਆ। ਉਸ ਸਹੁਰੇ ਘਰ ਇਸ ਤਰ੍ਹਾਂ ਦੀ ਕੁਰਖ ਤੇ ਗੁੱਸੇ ਵਾਲੀ ਆਵਾਜ਼ ਪਹਿਲਾਂ ਨਹੀਂ ਸੁਣੀ ਸੀ। ਘਰ ਦੇ ਜੀ ਆਪਣੀ ਥਾਂ ਹੈਰਾਨ ਸਨ। ਮੈਂ ਹੁਣੇ ਲਾ ਦਿੰਦੀ ਹਾਂ ਬਾਬਾ ਜੀ, ਰੂਪ ਨੇ ਥਿੜਕਦੇ ਸ਼ਬਦਾਂ ਨਾਲ ਕਿਹਾ। ਉਸ ਨੂੰ ਸ਼ਹਿਰ ਜਾਣ ਬਾਰੇ ਪਹਿਲਾਂ ਬਿਲਕੁਲ ਨਹੀਂ ਸੀ ਦੱਸਿਆ ਗਿਆ। ਰੂਪ ਨੇ ਮੂੰਹੋਂ ਆਖਣ ਦਾ ਅੱਜ ਤੱਕ ਮੌਕਾ ਨਹੀਂ ਸੀ ਦਿੱਤਾ। ਓਏ ਹੁਣ ਕਦੋਂ ਲਾਹੇਂਗੀ? ਮੈਂ ਤਾਰੀਖ ਭੁਗਤਣੀ ਹੈ ਜਾ ਕੇ। ਉਹ ਔਖਾ ਭਾਰਾ ਹੋਇਆ ਬਿਨਾਂ ਰੋਟੀ ਖਾਧੇ ਹੀ ਸ਼ਹਿਰ ਨੂੰ ਤੁਰ ਗਿਆ। ਰੂਪ ਦਾ ਆਪਣਾ ਆਪ ਬੜਾ ਪਛਤਾ ਰਿਹਾ ਸੀ। ਗੁਨਾਹ ਉਸ ਦਾ ਕੋਈ ਨਹੀਂ ਸੀ, ਪਰ ਅਣਹੋਏ ਭਾਰ ਤੇ ਜ਼ੋਰੀ ਦਿੱਤੇ ਰੋਹਬ ਕਾਰਨ ਉਹ ਸੱਸ ਕੋਲ ਫੁੱਟ ਕੇ ਰੋ ਪਈ। ਕੁੜੇ, ਤੂੰ ਕਿਉਂ ਰੋਨੀ ਹੈ? ਨਹੀਂ ਖਾਧੀ ਤਾਂ ਸ਼ਹਿਰ ਖਾ ਲਏਗਾ। ਕੀ ਆਖਰ ਆ ਚੱਲੀਏ? ਜੈ ਕੌਰ ਨੇ ਲੋੜ ਤੋਂ ਵੱਧ ਧੀਰਜ ਦਿੱਤੀ। ਜਾ ਕੇ ਰੋਟੀ ਲਾ, ਬਾਹਰ ਘੱਲਣੀ ਹੋਵੇਗੀ। ਇਸ ਤਰ੍ਹਾਂ ਡੁਸਕਦੀ ਉਹ ਰਸੋਈ 'ਚ ਆ ਗਈ। ਆਟੇ ਦੀ ਥਾਂ ਉਸ ਨੂੰ ਆਪਣਾ ਆਪ ਛਾਨਣੀ 'ਚੋਂ ਕਿਰਦਾ ਜਾਪ ਰਿਹਾ ਸੀ। ਉਹ ਸੋਚਦੀ, ਇਹ ਭਾਗਾਂ ਦੀ ਪੁੱਠੀ ਚੱਕਰੀ ਕਿਵੇਂ ਫਿਰ ਗਈ? ਕੇਸਰ ਚੌਥਾ ਦਿਨ ਹੋਣ ਤੇ ਵੀ ਨਹੀਂ ਸੀ ਆਇਆ। ਇਹ ਵੀ ਚੰਗਾ ਹੋਇਆ ਕਿ ਦੁੱਲਾ ਸਿੰਘ ਸ਼ਹਿਰ ਚਲਾ ਗਿਆ। ਨਹੀਂ ਪਤਾ ਨਹੀਂ ਰੂਪ ਦਾ ਕੀ ਹਾਲ ਹੁੰਦਾ। ਉਸ ਦੇ ਦਿਲ ਨੂੰ ਡੋਬ ਤੇ ਕੰਬਣੀਆਂ ਹਟੀਆਂ ਨਹੀਂ ਸਨ। ਅੱਜ ਉਸ ਦੀ ਸੁਰਤ ਮਾਰੀ ਪਈ ਸੀ ਤੇ ਨਿੱਤ ਕੀਤੇ ਜਾਣ ਵਾਲੇ ਕੰਮ ਵਿਸਰ ਜਾਂਦੇ ਸਨ। ਦੁਪਹਿਰ ਨੂੰ ਕੇਸਰ ਵੀ ਆ ਗਿਆ। ਰੂਪ ਦੀ ਵੇਖ ਕੇ ਜਾਨ 'ਚ ਜਾਨ ਆ ਗਈ। ਉਸ ਦਾ ਜੀ ਕਰਦਾ ਸੀ ਕਿ ਵਿਹੜੇ ਵਿੱਚ ਹੀ ਧਾਹ ਮਾਰ ਕੇ ਉਸ ਦੇ ਗਲ ਨੂੰ ਜਾ ਚੰਬੜ ਜਾਵੇ। ਭਾਵੇਂ ਉਹ ਸਾਰੀ ਦਿਹਾੜੀ ਕਿੰਨਾ ਰੋਈ ਤੇ ਉਦਾਸ ਰਹੀ ਸੀ, ਪਰ ਫਿਰ ਵੀ ਉਸ ਕੇਸਰ ਨੂੰ ਖਿੜੇ ਮੱਥੇ ਮਿਲਣ ਦਾ ਹੀ ਯਤਨ ਕੀਤਾ। ਉਹ ਮੁਸਕਰਾਉਂਦਾ ਤੇ ਸਤਿ ਸ਼੍ਰੀ ਅਕਾਲ ਬੰਨਦਾ ਚੁਬਾਰੇ ਜਾ ਚੜ੍ਹਿਆ। ਰੂਪ ਨੇ ਅੱਜ ਤੇਜੋ ਨੂੰ ਜਦ ਅੱਖ ਪੁੱਟ ਕੇ ਵੇਖਿਆ ਸੀ, ਉਹ ਉਸ ਨੂੰ ਹਰਾਸੀ ਦਿਸੀ ਸੀ। ਤੇਜੋ ਵੀ ਕਿਸੇ ਸ਼ੱਕ ਵਿੱਚ ਚਿੰਤਿਤ ਹੋਈ ਪਈ ਸੀ। ਉਸ ਰੂਪ ਦੀ ਵਿਖੜੀ ਹਾਲਤ ਨੂੰ ਪਛਾਣ ਲਿਆ, ਪਰ ਚਲਾਕ ਹੋਣ ਤੇ ਵੀ ਉਹ ਕੋਈ ਗੱਲ ਕਰਨ ਲਈ ਜੇਰਾ ਨਾ ਕਰ ਸਕੀ। ਉਸ ਨੂੰ ਮੱਖਣੀ ਭਰੀ ਮਧਾਣੀ ਪੁੰਜੇ ਡਿੱਗ ਪਈ ਪ੍ਰਤੀਤ ਹੋਈ। ਰੂਪ 2 ਮਿੰਟ ਵੀ ਹੇਠਾਂ ਜੇਰਾ ਨਾ ਕਰ ਸਕੀ। ਚੁਬਾਰੇ ਆਈ ਰੂਪ ਕੇਸਰ ਤੋਂ ਪਛਾਣੀ ਨਾ ਗਈ। 2 ਦਿਨਾਂ ਵਿੱਚ ਹੀ ਉਸ ਦਾ ਰੂਪ ਕਿਧਰੇ ਉੱਡ ਪੁੱਡ ਗਿਆ ਸੀ। ਉਹ ਸਮਝਿਆ ਮੇਰੀ ਹੀਰ ਵਿਛੋੜਾ ਨਹੀਂ ਸਹਿ ਸਕੀ। ਉਸ ਮਖੌਲ ਵਜੋਂ ਆਖਿਆ, ਮੂੰਹ ਉੱਡਿਆ ਏ ਸਰਦਾਰਨੀ ਦਾ। ਰੂਪ ਤੋਂ ਕੋਈ ਉੱਤਰ ਨਾ ਦਿੱਤਾ ਗਿਆ। ਉਹ ਉਸ ਦੇ ਗਲ ਲੱਗ ਡੁਸਕਣ ਲੱਗ ਪਈ ਤੇ ਡਾਂਗ ਜਿੰਨੇ ਲੰਮੇ ਹੌਕੇ ਖਿੱਚਣ ਲੱਗੀ। ਕੇਸਰ ਪਿਆਰ ਨਾਲ ਝੰਜੋੜਦਾ ਬੋਲਿਆ, ਗੱਲ ਕੀ ਏ ਹੀਰੀਏ? ਜੇ ਸਾਲਾਂ ਮਹੀਨਿਆਂ ਦਾ ਵਿਛੋੜਾ ਆ ਪਿਆ ਫਿਰ ਕੀ ਕਰੇਂਗੀ? ਕੇਸਰ ਵਿਚਾਰੇ ਨੂੰ ਕੀ ਪਤਾ ਸੀ ਕਿ ਰੂਪ ਦੀ ਬੇੜੀ ਨੂੰ ਕਿਸ ਤਰ੍ਹਾਂ ਦੇ ਤੂਫਾਨ ਦਾ ਸਾਹਮਣਾ ਕਰਨਾ ਪਿਆ ਹੈ। ਉਹ ਰੋਂਦੀ ਹੋਈ ਵੀ ਰਿੜਕੀ ਜਾ ਰਹੀ ਸੀ। ਤੁਹਾਡੇ ਵੱਲੋਂ ਤਾਂ ਭਾਵੇਂ ਕੋਈ ਮਾਰੀ ਜਾਵੇ,
ਅਗਾਂਹ ਉਹ ਕੁਝ ਨਾ ਆਖ ਸਕੀ ਤੇ ਚੁੱਕਿਆ ਹੋਇਆ ਸਿਰ ਉਸ ਕੇਸਰ ਦੀ ਛਾਤੀ ਨਾਲ ਰਗੜ ਸੁੱਟਿਆ। ਓਏ ਅੱਛਾ, ਪਾਣੀ ਸੁੱਟ ਸੁੱਟ ਮੋਢੇ ਨਾਲ ਲਬੇੜ, ਹੁਣ ਤੈਨੂੰ ਨਾਲ ਹੀ ਲੈ ਚੱਲਿਆ ਕਰਾਂਗਾ। ਕੇਸਰ ਨੇ ਉਸ ਨੂੰ ਹਸਾਉਣ ਲਈ ਵੱਖੀਆਂ ਕੁਤਕਤਾਰੀਆਂ। ਰੋਂਦੀਆਂ ਰੋਂਦੀਆਂ ਅੱਖਾਂ ਰੂਪ ਨੇ ਉਸ ਦੇ ਚਿਹਰੇ ਤੇ ਕੱਢ ਦਿੱਤੀਆਂ। ਉਹ ਕਹਿ ਰਹੀਆਂ ਸੀ, ਤੂੰ ਕੀ ਜਾਣੇ ਰਾਤ ਕਿਵੇਂ ਬੀਤੀ ਹੈ। ਉਸ ਕੁਝ ਵੀ ਦੱਸੇ ਬਿਨਾਂ ਸਾਰਾ ਗਮ ਪੀ ਜਾਣਾ ਚੰਗਾ ਸਮਝਿਆ। ਇਹ ਵੀ ਸੰਭਵ ਸੀ ਕੇਸਰ ਨਾਸ ਹਾਰ ਕੇ ਆਪਣੇ ਪਿਤਾ ਨਾਲ ਲੜ ਪੈਂਦਾ ਤੇ ਘਰ ਵਿੱਚ ਨਵੀਂ ਕਿਸਮ ਦਾ ਕਲੇਸ਼ ਉੱਠ ਖਲੋਂਦਾ। ਇਸ ਕਲੇਸ਼ ਦਾ ਮੁੱਢ ਰੂਪ ਨੇ ਹੀ ਬਣਨਾ ਸੀ। ਭਾਵੇਂ ਉਹ 18 ਸਾਲ ਦੀ ਹੀ ਹੋਈ ਸੀ, ਪਰ ਪੈਦਾ ਹੋਣ ਵਾਲੀ ਲੜਾਈ ਨੂੰ ਉਸ ਜ਼ਰੂਰ ਸੋਚ ਲਿਆ ਸੀ। ਇਸੇ ਕਾਰਨ ਉਹ ਰੋਂਦੀ ਰੋਂਦੀ ਸੰਜੀਦਾ ਹੋ ਗਈ। ਗੱਲ ਕਾਤੋਂ ਨਾ ਆਏ, ਉਹ ਹਾਲੇ ਵੀ ਗਿਲੇ ਨਾਲ ਭਰੀ ਹੋਈ ਸੀ। ਜੇ ਆਪਣੇ ਵੱਸ ਹੁੰਦਾ ਤਾਂ ਉੱਡ ਕੇ ਵੀ ਆ ਜਾਂਦਾ। ਉਸ ਗੱਲਾਂ ਘੁੱਟ ਸੁੱਟੀਆਂ। ਹੁਣ ਇੱਕ ਵਾਰ ਹੱਸ ਕੇ ਤਾਂ ਵਿਖਾ ਦੇ। ਜਾਓ ਪਰਾਂ, ਮੈਂ ਨਹੀਂ ਤੁਹਾਡੇ ਨਾਲ ਬੋਲਣਾ। ਰੂਪ ਨੇ ਮੁਸਕਾ ਕੇ ਪਾਸਾ ਫੇਰ ਲਿਆ। ਇਉਂ ਨਹੀਂ ਗੁਜ਼ਾਰੇ ਹੋਣੇ ਬੱਲੋ। ਕੇਸਰ ਦੀਆਂ ਪਿਆਰ ਤੱਕਾਂ ਨੇ ਰੂਪ ਦੀ ਸਜਿੰਦਾ ਜਿਲਦ ਚੋਂ ਫੋਲ ਫੋਲ ਖਿੜਾ ਜਗਾ ਦਿੱਤਾ। ਉਹ ਹੱਸਣੋਂ ਨਾ ਰਹਿ ਸਕੀ। ਜਾ ਰੋਟੀ ਪਾ ਕੇ ਲਿਆ। ਅੱਜ ਤੂੰ ਪਾਣੀ ਧਾਣੀ ਦਾ ਵੀ ਨਾਂ ਨਾ ਲਿਆ। ਅੱਜ ਤੁਹਾਨੂੰ ਰੋਟੀ ਨਹੀਂ ਦੇਣੀ। ਰੂਪ ਨੇ ਕੇਸਰ ਦੀ ਹਿੱਕ 'ਚ ਲਗਾਤਾਰ 2-3 ਮੁੱਕੀਆਂ ਧਰ ਦਿੱਤੀਆਂ। ਦਿਲ ਦੇ ਡੋਬਾਂ ਦੀ ਹਾਲਤ ਭਾਵੇਂ ਸਾਵੀਂ ਹੋ ਗਈ ਸੀ, ਪਰ ਗਮ ਨੇ ਦਿਲ ਦੇ ਕਿਸੇ ਨਾ ਕਿਸੇ ਖੁੰਝੇ ਸੁੱਧਕਣਾ ਸ਼ੁਰੂ ਕਰ ਦਿੱਤਾ।